ਜਦੋਂ ਅੰਦੋਲਨ ਚੱਲਿਆ ਬੜਾ ਕੁਝ ਕਿਹਾ ਵੀ ਇਹ ਅੰਦੋਲਨ ਉਹਨਾਂ ਦਾ, ਇਹ ਫਲਾਨਿਆਂ ਦਾ, ਇਹ ਵੱਖਵਾਦੀ ਲੋਕਾਂ ਦਾ, ਇਹਦੇ ਵਿੱਚ ਇਦਾਂ ਕੁਝ। ਪਰ ਜਦੋਂ ਜਿੱਤ ਹੋਈ ਤਾਂ ਕਿਹਾ ਗਿਆ ਵੀ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ, ਵਪਾਰੀਆਂ ਦੀ ਜਿੱਤ ਹੋਈ। ਇੱਕ ਛੋਟੇ ਬੱਚੇ ਤੋਂ ਲੈ ਕੇ ਇੱਕ ਬਿਰਧ ਅਵਸਥਾ ਦੇ ਵਿੱਚ ਜਿਹੜਾ ਬਜ਼ੁਰਗਾਂ ਨੂੰ ਉੱਥੇ ਬਹਿ ਕੇ ਸੰਘਰਸ਼ ਲੜਨਾ ਪਿਆ, ਉਹ ਜ਼ਿੰਮੇਵਾਰੀ ਬਣਦੀ ਸੀ ਜਿਹੜੇ ਹਲਕਿਆਂ ਦੇ, ਜਿਹੜੇ ਪਾਰਟੀਆਂ ਦੇ, ਜਿਹੜੇ ਵਿਧਾਇਕ ਅਸੀਂ ਜਿਤਾ ਕੇ ਉੱਪਰ ਭੇਜਿਓ ਸੀ, ਉਹੀ ਇਦਾਂ ਦਾ ਮਾਹੌਲ ਕ੍ਰੀਏਟ ਕਰ ਦਿੰਦੇ ਤੇ ਸਾਡੇ ਲੋਕਾਂ ਨੂੰ, ਆਵਾਮ ਨੂੰ ਜਿਹੜਾ ਨਾ ਹੀ ਜਾਣਾ ਪੈਂਦਾ। ਜਿਹੜਾ ਅਸੀਂ ਚਾਹੁੰਦੇ ਸੀਗੇ ਵੀ ਬਸਪਾ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਪੋਲੀਟੀਕਲ ਐਂਗਲ ਤੋਂ ਸਾਈਡ ਤੇ ਸਾਰੇ ਲੀਡਰ ਖੁੱਲ੍ਹ ਕੇ ਬੈਠਣ, ਸਾਡੇ ਸੀਨੀਅਰ ਲੀਡਰ ਬੈਠਣ ਆਪਣਾ ਟੈਗ ਪਿੱਛੇ ਕਰਕੇ, ਤਾਂ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਜਿਹੜੀ ਕਦੀ ਅੱਜ ਤੱਕ ਸਰਕਾਰ ਨਹੀਂ ਬਣੀ, ਅਸੀਂ ਉਹ ਸਰਕਾਰ ਬਣਾ ਪਾਵਾਂਗੇ। ਜੂਨ ਦੇ ਵਿੱਚ ਹਜੇ ਮਾਹੌਲ ਬਣ ਰਿਹਾ ਸੀ, ਅਸੀਂ ਤਾਂ ਕਹਿ ਰਹੇ ਸੀ ਵੀ ਸਿਸਟਮ ਨੂੰ ਬਣਾਇਆ ਜਾਵੇ ਕਿਸਾਨ ਵੀਰਾਂ ਨਾਲ, ਕਿਉਂਕਿ ਅਸੀਂ ਕੰਮ ਕੀਤਾ ਸੀ, ਸਾਰੇ ਜਾਣਕਾਰ ਸੀਗੇ, ਕੋਈ ਰਾਬਤਾ ਕਾਇਮ ਕਰੀਏ। ਪਰ ਇਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਸਰੈਂਡਰ ਕਰ ਦਿੱਤਾ। 10 ਸਾਲ ਰੱਜ ਕੇ ਸਾਨੂੰ ਕੁੱਟਿਆ, ਲੁੱਟਿਆ, ਘੜੀਸਿਆ, ਕੋਈ ਵੀ ਜਿਹੜੀ ਕਸਰ ਨਹੀਂ ਛੱਡੀ। ਬਹੁਜਨ ਸਮਾਜ ਤੇ ਤਸ਼ੱਦਦ ਕੀਤੇ, ਕਿਸਾਨਾਂ ਤੇ ਤਸ਼ੱਦਦ ਕੀਤੇ, ਕਿੰਨੀਆਂ ਜਿਹੜੀਆਂ ਮੌਤਾਂ ਹੋਈਆਂ, ਕਿੰਨੇ ਜਿਹੜੇ ਕਰਜ਼ਿਆਂ ਦੇ ਨਾਲ ਜਿਹੜੇ ਅਸੀਂ ਘਰਾਂ 'ਚ ਜਾਂਦੇ, ਘਰ ਖਾਲੀ ਹੋ ਗਏ, ਨਸ਼ੇ ਨਾਲ ਘਰ ਉਜਾੜੇ। ਇਹਨਾਂ ਦੀ ਸਰਕਾਰ ਦੇ ਵਿੱਚ ਚੱਲਿਆ, ਅਸੀਂ ਬਿਲਕੁਲ ਵੀ ਸਹਿਮਤ ਨਹੀਂ ਸੀਗੇ। ਕਿਸੇ ਸਮੇਂ ਸੀਗੇ ਉਹ ਬਸਪਾ 'ਚੋਂ ਆਏ ਜਦੋਂ ਪਹਿਲਾ ਇਲੈਕਸ਼ਨ ਉਹਨਾਂ ਨੇ ਫਾਈਟ ਕੀਤਾ ਹੋਊਗਾ, ਪਰ ਉਹ ਜੋ ਬਸਪਾ ਦੇ ਨਹੀਂ, ਉਹ ਉਸ 10 ਸਾਲ ਜੋ ਉਹਨਾਂ ਨੇ ਕਾਰਗੁਜ਼ਾਰੀ ਕੀਤੀ ਉਹਦਾ ਹਿੱਸਾ ਰਹੇ ਆ। ਇਸ ਲਈ ਲੋਕ ਜਿਹੜਾ ਉਹਨਾਂ ਨੂੰ ਨਕਾਰ ਚੁੱਕੇ ਆ। ਲੱਗਦਾ ਕਿ ਤੁਸੀਂ ਜਿਹੜੀ ਵੋਟ ਆਮ ਆਦਮੀ ਪਾਰਟੀ ਦੀ ਖਰਾਬ ਕਰੋਗੇ, ਉਹਦੇ ਨਾਲ ਸਥਾਪਤੀ ਪਾਰਟੀਆਂ ਦੁਬਾਰਾ ਆ ਜਾਣ। ਉਹ ਜਿਹੜੇ ਲੋਕ ਹੈ, ਕਿਸਾਨ ਹੈ, ਜਿਹੜੇ ਪਹਿਲਾਂ ਅਕਾਲੀ ਦਲ ਨਾਲ ਵੀ ਜੁੜੇ ਹੋਏ ਸੀ, ਉਹ ਵੀ ਵਾਪਸ ਆਏ ਆ। ਜਿਹੜੇ ਕਾਂਗਰਸ ਦੇ ਨਾਲ ਵੀ, ਕਿਉਂਕਿ ਘਰ ਨਹੀਂ ਸੀਗਾ, ਹੈਗੀਆਂ ਬੁਨਿਆਦੀ ਜਿਹੜੀਆਂ ਲੋੜਾਂ ਸੀ ਉਹ ਨਹੀਂ ਪੂਰੀਆਂ ਹੋ ਪਾਈਆਂ, ਕਿਉਂਕਿ ਜਿਹੜੇ ਵਿਧਾਇਕ ਸੀ ਉਹ ਪੱਲਾ ਝਾੜ ਗਏ। ਮੇਰੀ ਕਿਹੜਾ ਸਰਕਾਰ ਹੈ। ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਮੈਂ ਗੁਰਨਾਮ ਸਿੰਘ ਬਿਲਗਾ ਤੇ ਕੁਝ ਸਮਾਂ ਪਹਿਲਾਂ, ਲਗਭਗ 2 ਸਾਲ ਦਾ ਸਮਾਂ ਪਹਿਲਾਂ ਯਾਦ ਕੀਤਾ ਜਾਵੇ ਤੇ ਅਕਸਰ ਇੱਕ ਲੋਕਾਂ ਦੇ ਮੂੰਹ ਤੇ ਗੱਲ ਚੜੀ ਹੋਈ ਸੀ, ਖਾਸ ਕਰਕੇ ਭਾਜਪਾ ਲੀਡਰਾਂ ਦੇ, ਮੋਦੀ ਹੈ ਤਾਂ ਮੁਮਕਿਨ ਹੈ। ਮੋਦੀ ਜਿਹੜਾ ਸਟੈਂਡ ਲੈ ਲੈਂਦਾ ਆ, ਉਹ ਸਟੈਂਡ ਕਦੀ ਵਾਪਸ ਨਹੀਂ ਲੈਂਦਾ, ਚਾਹੇ ਜੰਮੂ ਕਸ਼ਮੀਰ ਦਾ ਮਸਲਾ ਹੋਵੇ, ਚਾਹੇ ਨੋਟਬੰਦੀ ਦਾ ਫੈਸਲਾ ਹੋਵੇ, ਤੇ ਚਾਹੇ ਵੱਖ-ਵੱਖ ਸਮੁਦਾਇ ਨੂੰ ਲੈ ਕੇ ਬਣਾਏ ਹੋਏ ਕਾਨੂੰਨ ਹੋਣ। ਇਸੇ ਤਰਜ਼ ਵਿੱਚ ਖੇਤੀ ਅੰਦੋਲਨ ਨੂੰ ਲੈ ਕੇ 3 ਕਾਨੂੰਨ ਆਉਂਦੇ ਨੇ, ਜਿਨ੍ਹਾਂ ਨੂੰ ਕਿਸਾਨ ਵੀਰ ਜਿਹੜੇ ਉਹ ਕਾਲੇ 3 ਕਾਨੂੰਨਾਂ ਦਾ ਨਾਂ ਦਿੰਦੇ ਨੇ, ਤੇ ਅੰਦੋਲਨ ਪੰਜਾਬ ਵਿੱਚ ਲਗਭਗ 4-5 ਮਹੀਨੇ ਚੱਲਦਾ। ਤੇ ਉਸ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਾ ਕੇ ਜਦੋਂ ਅੰਦੋਲਨ ਨੇ ਆਪਣੇ ਡੇਰੇ ਲਾ ਲਏ, ਵੱਡਾ ਇਕੱਠ ਹੋਇਆ। ਇਕੱਠ ਤੋਂ ਬਾਅਦ 26 ਜਨਵਰੀ ਦਾ ਅੱਜ ਦਾ ਹੀ ਦਿਨ ਜੇ ਦੇਖਿਆ ਜਾਵੇ ਤਾਂ ਉਸ ਦਿਨ ਇੱਕ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਕਿ ਸਰਕਾਰ ਦੇ ਨਾਲ ਸਿੱਧਾ ਟਕਰਾਰ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਕੁਛ ਜਿਹੜੇ ਹਿੱਸਾ ਸੀ ਉਹ ਆ ਜਾਂਦਾ। ਅੰਦੋਲਨ ਦੀ ਬਦਨਾਮੀ ਵੀ ਹੋਈ ਸੋਸ਼ਲ ਮੀਡੀਆ ਦੇ ਵਿੱਚ ਵੱਡੇ ਪੱਧਰ 'ਤੇ, ਅੰਦੋਲਨ ਨੂੰ ਲੈ ਕੇ, ਖਾਸ ਕਰਕੇ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ, ਉਹਦੇ ਵਿੱਚ ਵੱਡੇ ਪੱਧਰ 'ਤੇ ਬਦਨਾਮੀ ਅੰਦੋਲਨ ਦੀ ਹੋਈ। ਪਰ ਕਹਿੰਦੇ ਆ ਕਿ ਲੰਬਾ ਇਤਿਹਾਸਿਕ ਅੰਦੋਲਨ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਬਾਰਡਰਾਂ 'ਤੇ ਚਲਾਇਆ ਗਿਆ, ਉਹਨੇ 19 ਨਵੰਬਰ 2021 ਨੂੰ ਉਸ ਦਿਨ ਜਿੱਤ ਪ੍ਰਾਪਤ ਕਰ ਲਈ। ਜਿਹੜਾ ਪ੍ਰਧਾਨ ਮੰਤਰੀ ਕਹਿੰਦੇ ਮੰਨਿਆ ਜਾਂਦਾ ਸੀ ਕਿ ਕਦੀ ਪਿੱਛੇ ਕਦਮ ਨਹੀਂ ਲੈਂਦਾ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ ਆਣ ਕੇ ਕਾਨੂੰਨ ਵੀ ਵਾਪਸ ਲੈਂਦਾ ਤੇ ਨਾਲ ਕਿਸਾਨਾਂ ਕੋਲੋਂ ਮਾਫੀ ਮੰਗ ਲਾਇਆ। ਉਸ ਤੋਂ ਬਾਅਦ ਜਿੱਤ ਦੀ ਖੁਸ਼ੀ ਨੂੰ ਲੈ ਕੇ ਜਦੋਂ ਕਿਸਾਨ ਵਾਪਸ ਪੰਜਾਬ ਦੀ ਧਰਤੀ 'ਤੇ ਪਰਦੇ ਆ, ਤੇ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਇਸ ਗੱਲ ਦੀ ਮੰਗ ਕੀਤੀ ਜਾਂਦੀ ਆ ਕਿ ਪੋਲੀਟੀਕਲ ਨਿਜ਼ਾਮ ਵਿੱਚ ਵੀ ਸਾਨੂੰ ਕਿਸਾਨ ਜਥੇਬੰਦੀਆਂ ਪਲੇਟਫਾਰਮ ਦੇਣ, ਤਾਂ ਕਿ ਲੋਕਾਂ ਨੂੰ ਸਥਾਪਤੀ ਪਾਰਟੀਆਂ ਤੋਂ ਨਿਜਾਤ ਪਾਉਣ ਦਾ ਇੱਕ ਪਲੇਟਫਾਰਮ ਹੋਣਾ ਚਾਹੀਦਾ। ਕਿਸਾਨ ਜਥੇਬੰਦੀਆਂ ਇਸ ਮੁੱਦੇ 'ਤੇ ਆਣ ਕੇ 22 ਦੇ ਨੇੜੇ ਤੇੜੇ ਪਲੇਟਫਾਰਮ ਪੋਲੀਟੀਕਲ ਦੇਣ ਦੇ ਵਿੱਚ ਸਫਲ ਰਹੀਆਂ, ਜਦ ਕਿ ਬਾਕੀ ਕਿਸਾਨ ਜਥੇਬੰਦੀਆਂ ਇਹਨਾਂ ਤੋਂ ਕਿਨਾਰਾ ਕਰ ਗਈਆਂ। ਇਸ ਵਕਤ ਬਲਵੀਰ ਸਿੰਘ ਰਾਜੇਵਾਲ ਦੇ ਰਹਿਨੁਮਾਈ ਦੇ ਵਿੱਚ, ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ 22 ਜਥੇਬੰਦੀਆਂ ਸੰਯੁਕਤ ਸਮਾਜ ਮੋਰਚਾ ਬਣਾ ਕੇ ਇਸ ਵੇਲੇ ਇਲੈਕਸ਼ਨ ਪਲੇਟਫਾਰਮ 'ਤੇ ਆ ਗਈਆਂ ਨੇ। ਤੇ ਹੁਣ ਦੇਖਦੇ ਹਾਂ ਕਿ ਕਿਸਾਨੀ ਅੰਦੋਲਨ ਨੂੰ ਜਿੱਦਾਂ ਲੋਕਾਂ ਨੇ ਸਾਥ ਦਿੱਤਾ, ਤੇ ਕੀ ਲੋਕ ਸੰਯੁਕਤ ਸਮਾਜ ਮੋਰਚਾ, ਜਿਹਦੇ ਵਿੱਚ ਹਰ ਵਰਗ ਆ, ਹਰ ਭਾਈਚਾਰੇ ਦੇ ਲੋਕ ਆ, ਵੀ ਵਾਕਿਆ ਹੀ ਇਲੈਕਸ਼ਨ ਪਲੇਟਫਾਰਮ 'ਤੇ ਆਣ ਕੇ ਲੋਕ ਸਾਥ ਦਿੰਦੇ ਜਾਂ ਨਹੀਂ ਦਿੰਦੇ, ਇਹ ਆਉਣ ਵਾਲੇ 20 ਫਰਵਰੀ ਨੂੰ ਜਦੋਂ ਵੋਟਾਂ ਦਾ ਰਿਜ਼ਲਟ ਆਊਗਾ ਉਦੋਂ ਪਤਾ ਲੱਗ ਜਾਊਗਾ। ਸਾਡੇ ਨਾਲ ਪਰਸ਼ੋਤਮ ਹੀਰ, ਹਲਕਾ ਆਦਮਪੁਰ ਦੁਆਬੇ ਦਾ ਇੱਕ ਬਹੁਤ ਵੱਡਾ ਉਹ ਹਲਕਾ, ਜਿਹੜਾ ਕਿ ਅਕਸਰ ਦੁਆਬੇ ਦੇ ਵਿੱਚ ਇੱਕ ਨਾਮਵਰ ਸ਼ਖਸੀਅਤਾਂ ਦੇ ਨਾਂ ਇਹ ਹਲਕਾ ਹੁੰਦਾ ਰਿਹਾ। ਪਰਸ਼ੋਤਮ ਹੀਰ ਨਾਲ ਕਰਦੇ ਹਾਂ ਗੱਲਬਾਤ, ਪੁੱਛਦੇ ਹਾਂ ਹਾਲਾਤ ਇਸ ਵਕਤ ਆਦਮਪੁਰ ਹਲਕੇ ਦੇ ਕੀ ਹਨ। ਪਰਸ਼ੋਤਮ ਜੀ, ਨਿੱਘਾ ਸਵਾਗਤ। ਧੰਨਵਾਦ ਜੀ ਤੁਹਾਡਾ ਗੁਰਨਾਮ ਜੀ। ਬਹੁਤ ਤੁਸੀਂ ਜਿਹੜਾ ਆ ਸੱਚ ਜਿਹੜਾ ਆ ਜਨਤਾ ਸਾਹਮਣੇ ਲੈ ਕੇ ਜਾਂਦੇ ਆ, ਔਰ ਅੰਦੋਲਨ ਦੀ ਆਵਾਜ਼ ਨੂੰ ਵਧੀਆ ਤਰੀਕੇ ਦੇ ਨਾਲ ਚੱਕਿਆ, ਜਨ ਜਨ ਤੱਕ ਪਹੁੰਚਾਇਆ, ਕਿਉਂਕਿ ਮਾਹੌਲ ਬਹੁਤ ਹੋਰ ਤਰ੍ਹਾਂ ਦਾ ਸੀਗਾ।
ਬੜਾ ਕੁਝ ਹੋਇਆ, ਬਟ ਜਿਹੜਾ ਤੁਹਾਡਾ ਜਿਹੜਾ ਸਹਿਯੋਗ ਰਿਹਾ ਅੰਦੋਲਨ ਦੇ ਵਿੱਚ ਬਹੁਤ ਵਧੀਆ ਰਿਹਾ। ਉਹਦੇ ਲਈ ਤੁਹਾਡਾ ਮੈਂ ਧੰਨਵਾਦੀ ਹਾਂ ਕਿ ਇਹ ਸਾਰੀ ਆਪਾਂ ਜਿੱਤ ਪ੍ਰਾਪਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਹੀਰ ਸਾਹਿਬ, ਜੇ ਆਪਾਂ ਹਲਕਾ ਆਦਮਪੁਰ ਦੀ ਗੱਲ ਕਰ ਰਹੀਏ, ਹਲਕਾ ਆਦਮਪੁਰ ਜਿਹੜਾ ਆ ਉਹ ਦੁਆਬੇ ਦੇ ਵਿੱਚ ਇੱਕ ਮੰਨਿਆ ਪ੍ਰਮੰਨਿਆ ਹਲਕਾ ਆ। ਆਪਾਂ ਇਹ ਗੱਲ ਮੰਨ ਲਈਏ ਕਿ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਲੋਕਾਂ ਨੇ ਸਾਥ ਦਿੱਤਾ, ਹੁਣ ਤੁਸੀਂ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਇੱਥੋਂ ਕੈਂਡੀਡੇਟ ਉਤਾਰੇ ਗਏ। ਹੁਣ ਤੁਹਾਨੂੰ ਲੋਕਾਂ ਵਿੱਚ ਜਾਂਦਿਆਂ ਨੂੰ ਲਗਭਗ ਹਫ਼ਤੇ ਤੋਂ ਉੱਪਰ ਦਾ ਸਮਾਂ ਹੋ ਗਿਆ। ਕੀ ਲੋਕਾਂ ਦਾ ਪਿੰਡਾਂ ਦੇ ਵਿੱਚ ਕਿਸਾਨਾਂ ਦਾ, ਮਜ਼ਦੂਰਾਂ ਦਾ, ਵਪਾਰੀ ਭਾਈਚਾਰੇ ਦਾ ਜਾਂ ਬਾਕੀ ਜਿਹੜੇ ਵਰਗ ਨੇ, ਅਧਿਆਪਕ ਵਰਗ ਨੇ, ਵਕੀਲਚਾਰਾ ਭਾਈਚਾਰਾ, ਡਾਕਟਰ ਭਾਈਚਾਰਾ, ਜਿੱਦਾਂ ਦਾ ਅੰਦੋਲਨ ਨੂੰ ਲੋਕ ਸਾਥ ਦਿੰਦੇ ਸੀ, ਹੁਣ ਤੁਹਾਡਾ ਚੋਣ ਪ੍ਰਕਿਰਿਆ ਵਿੱਚ ਜਦੋਂ ਤੁਸੀਂ ਆ ਗਏ ਤੁਹਾਨੂੰ ਸਾਥ ਉਹ ਮਿਲ ਰਿਹਾ? ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਸੰਯੁਕਤ ਸਮਾਜ ਮੋਰਚਾ ਇਲੈਕਸ਼ਨ ਲੜ ਰਿਹਾ, ਇਹ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ, ਦੇਖੋ ਬਹੁਤ ਗੱਲਾਂ ਸੀਗੀਆਂ। ਜਦੋਂ ਅੰਦੋਲਨ ਚੱਲਿਆ ਬੜਾ ਕੁਝ ਕਿਹਾ ਵੀ ਇਹ ਅੰਦੋਲਨ ਉਹਨਾਂ ਦਾ, ਇਹ ਫਲਾਨਿਆਂ ਦਾ, ਇਹ ਵੱਖਵਾਦੀ ਲੋਕਾਂ ਦਾ, ਇਹਦੇ ਵਿੱਚ ਇਦਾਂ ਕੁਝ। ਪਰ ਜਦੋਂ ਜਿੱਤ ਹੋਈ ਤਾਂ ਕਿਹਾ ਗਿਆ ਵੀ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ, ਵਪਾਰੀਆਂ ਦੀ ਜਿੱਤ ਹੋਈ। ਔਰ ਜਦੋਂ ਜਿੱਤ ਹੋ ਕੇ ਘਰ ਆਏ ਆ, ਸਵਾਗਤ ਹੋਇਆ, ਵਧੀਆ ਢੋਲ ਟਮੱਕੇ ਵੱਜੇ, ਤੇ ਉਹਨੂੰ ਪੋਲੀਟੀਕਲ ਪਾਰਟੀ ਦੇ ਪਲੇਟਫਾਰਮ ਤੋਂ ਜਦੋਂ ਅਸੀਂ ਪਿੰਡਾਂ 'ਚ ਗਏ ਆ, ਬਹੁਤ ਕਿਆਸ ਲਾਏ ਗਏ, ਬੜੀਆਂ ਗੱਲਾਂ ਹੋਈਆਂ। ਜਿਹੜਾ ਕਾਂਗਰਸੀ ਆ ਕਾਂਗਰਸੀ, ਜਿਹੜਾ ਅਕਾਲੀ ਜਿਹੜਾ ਉਹ। ਦੇਖੋ ਸਿੰਪਲ ਜਿਹਾ ਲੌਜਿਕ ਹੈ, ਜਦੋਂ ਸਾਡੇ ਕੋਲ ਆਪਣਾ ਘਰ ਨਹੀਂ ਤਾਂ ਇਹ ਲੋਕਾਂ ਦੀ ਆਵਾਜ਼ ਹੈ ਜੋ ਅਸੀਂ ਮਹਿਸੂਸ ਕੀਤਾ। ਲੋਕ ਕਹਿੰਦੇ ਵੀ ਸਾਡੇ ਕੋਲ ਜਦੋਂ ਆਪਣਾ ਘਰ ਨਹੀਂ ਤਾਂ ਅਸੀਂ ਕਦੀ ਕਿਰਾਏ ਤੇ ਰਹਿਣਾ, ਕਦੀ ਕਿਤੇ ਰਹਿਣਾ, ਕਦੀ ਕਿਤੇ ਰਹਿਣਾ। ਜਦੋਂ ਬੰਦਾ ਕਿਰਾਏ ਤੇ ਰਹਿ ਕੇ ਜਦੋਂ ਉਹਨੂੰ ਉਹਦੇ ਕੋਲ ਕੁਝ ਬਣਦਾ ਸਿਸਟਮ ਤੋਂ ਆਪਣਾ ਘਰ ਲੈ ਲੈਂਦਾ ਤਾਂ ਆਪਣੇ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਰਹਿੰਦਾ। ਹੁਣ ਜਿਹੜਾ ਸੰਯੁਕਤ ਸਮਾਜ ਮੋਰਚਾ ਕਿਸਾਨ ਅੰਦੋਲਨ ਦਾ ਜਿਹੜਾ ਨਿਚੋੜ, ਜਿਹੜਾ ਇੱਕ ਪਲੇਟਫਾਰਮ ਬਣਿਆ ਜਿਹਦੇ ਤਹਿਤ ਅਸੀਂ ਵਰਕਆਊਟ ਕਰ ਰਹੇ ਹਾਂ, ਔਰ ਆਪਣਾ ਆਦਮਪੁਰ ਹਲਕੇ ਤੋਂ ਮੈਂ ਚੋਣ ਲੜ ਰਿਹਾ, ਉਹ ਇੱਕ ਕਿਸਾਨਾਂ ਦਾ, ਮਜ਼ਦੂਰਾਂ ਦਾ, ਕਿਰਤੀਆਂ ਦਾ, ਵਪਾਰੀਆਂ ਦਾ ਇੱਕ ਆਪਣਾ ਘਰ ਬਣ ਗਿਆ। ਉਹ ਉਹਨਾਂ ਨੂੰ ਪੂਰਾ ਚਾਅ ਆ, ਪੂਰਾ ਜੋਸ਼ ਹੈ, ਪੂਰਾ ਜਨੂਨ ਹੈ। ਜਿਵੇਂ ਅੰਦੋਲਨ ਦੇ ਵਿੱਚ ਚਾਅ ਸੀ, ਐਵੇਂ ਹੀ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਆ ਪੂਰਾ ਪਾਰਟਿਸਿਪੇਟ ਕਰ ਰਹੇ ਆ, ਦੌੜ ਭੱਜ ਕਰ ਰਹੇ, ਪੂਰੀ ਜਿਹੜੀ ਵਰਕਿੰਗ ਜਿਹੜੀ ਕਰ ਰਹੇ, ਔਰ ਅੱਛਾ ਹੁੰਗਾਰਾ ਮਿਲ ਰਿਹਾ ਜੀ। ਪੁਰਸ਼ੋਤਮ ਜੀ, ਜੇ ਆਪਾਂ ਗੱਲ ਕਰ ਲਈਏ ਵੀ ਅੰਦੋਲਨ ਨੂੰ ਲੈ ਕੇ, ਜਿਵੇਂ ਤੁਹਾਡਾ ਪਿਛੋਕੜ ਵੀ ਬਸਪਾ ਦੇ ਨਾਲ ਜੁੜਿਆ ਰਿਹਾ ਆ, ਆਦਮਪੁਰ ਹੋਵੇ, ਬੰਗਾ ਹੋਵੇ, ਫਲੌਰ ਹੋਵੇ, ਫਗਵਾੜਾ ਹੋਵੇ, ਕਰਤਾਰਪੁਰ ਹੋਵੇ, ਤਮਾਮ ਜੇ ਦੁਆਬੇ ਦੀਆਂ ਸੀਟਾਂ ਦੇਖ ਲਈਏ ਤਾਂ ਦੁਆਬੇ ਦੀਆਂ ਸੀਟਾਂ ਵਿੱਚ ਬਸਪਾ ਦਾ ਪਿਛਲੇ ਲੰਬੇ ਸਮੇਂ ਤੋਂ ਇੱਕ ਇਤਿਹਾਸ ਰਿਹਾ ਆ। ਇੱਕ ਵੱਡਾ ਬਹੁਜਨ ਸਮਾਜ ਇਹਨਾਂ ਨਾਲ ਜੁੜਿਆ ਹੋਇਆ। ਅੰਦੋਲਨ ਨੂੰ ਲੈ ਕੇ ਤੁਹਾਡਾ ਕਿਹੜਾ ਸਾਥ ਰਿਹਾ ਸੰਯੁਕਤ ਮੋਰਚੇ ਦੇ ਨਾਲ? ਦੇਖੋ ਅੰਦੋਲਨ ਨੂੰ ਲੈ ਕੇ ਉਦੋਂ ਇੱਕ ਸਿਸਟਮ ਸੀਗਾ ਵੀ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਬਾਈਕਾਟ ਕੀਤਾ ਜਾਵੇ, ਪੋਲੀਟੀਕਲ ਪਾਰਟੀਆਂ ਜਿਹੜਾ ਆ ਸਾਡੇ ਖੁੱਲ੍ਹ ਕੇ ਮੰਚ ਤੇ ਜਿਹੜਾ ਆਪਣਾ ਡੈਜ਼ਿਗਨੇਸ਼ਨ ਲੈ ਕੇ ਨਾ ਆਉਣ। ਉਹਦੀ ਵਜ੍ਹਾ ਸਿਰਫ ਇਹੀ ਸੀਗੀ ਕਿਉਂਕਿ ਜਿਹੜਾ ਆਮ ਲੋਕਾਂ ਨੂੰ, ਆਵਾਮ ਨੂੰ ਸੜਕਾਂ ਤੇ ਬਹਿਣਾ ਪਿਆ, ਇੱਕ ਛੋਟੇ ਬੱਚੇ ਤੋਂ ਲੈ ਕੇ ਇੱਕ ਬਿਰਧ ਅਵਸਥਾ ਦੇ ਵਿੱਚ ਜਿਹੜਾ ਬਜ਼ੁਰਗਾਂ ਨੂੰ ਉੱਥੇ ਬਹਿ ਕੇ ਸੰਘਰਸ਼ ਲੜਨਾ ਪਿਆ, ਉਹ ਜ਼ਿੰਮੇਵਾਰੀ ਬਣਦੀ ਸੀ ਜਿਹੜੇ ਹਲਕਿਆਂ ਦੇ, ਜਿਹੜੇ ਪਾਰਟੀਆਂ ਦੇ, ਜਿਹੜੇ ਵਿਧਾਇਕ ਅਸੀਂ ਜਿਤਾ ਕੇ ਉੱਪਰ ਭੇਜਿਓ ਸੀ, ਉਹੀ ਇਦਾਂ ਦਾ ਮਾਹੌਲ ਕ੍ਰੀਏਟ ਕਰ ਦਿੰਦੇ ਤੇ ਸਾਡੇ ਲੋਕਾਂ ਨੂੰ, ਆਵਾਮ ਨੂੰ ਜਿਹੜਾ ਨਾ ਹੀ ਜਾਣਾ ਪੈਂਦਾ। ਜਦੋਂ ਕਿਸੇ ਨੇ ਸਟੈਪ ਨਹੀਂ ਚੱਕਿਆ ਤਾਂ ਸਾਰੇ ਲੋਕ ਜਿਹੜੇ ਸੜਕਾਂ ਤੇ ਬੈਠੇ ਔਰ ਅੰਦੋਲਨ ਉਹਨਾਂ ਨੇ ਕੀਤਾ। ਔਰ ਬਸਪਾ ਦੇ ਵਿੱਚ ਰਹਿੰਦਿਆਂ ਜਦੋਂ ਸਿਸਟਮ ਚੱਲਿਆ, ਅਸੀਂ ਵੀ ਉਹਨੂੰ ਹਿਡਨ ਤਰੀਕੇ ਦੇ ਨਾਲ ਜਿੱਦਾਂ ਹੋ ਸਕਦਾ ਸੀ ਅਸੀਂ ਲੋਕਾਂ ਦੇ ਨਾਲ, ਭਾਈਚਾਰੇ ਨਾਲ, ਆਪਣੇ ਪੰਜਾਬ ਨਾਲ, ਆਪਣੇ ਹਲਕੇ ਨਾਲ ਅਸੀਂ ਸਹਿਮਤੀ ਨੂੰ ਰੱਖਦੇ ਹੋਏ ਅਸੀਂ ਹਰੇਕ ਸੱਜੇ ਖੱਬੇ ਤਰੀਕੇ ਦੇ ਨਾਲ ਜਿਹੜੀ ਮਦਦ ਅਸੀਂ ਕਰਦੇ ਰਹੇ ਹਾਂ। ਕਿਉਂਕਿ ਜਿਹੜੀ ਸੇਵਾ ਆ, ਭਾਵਨਾ ਆ, ਉਹ ਜਨੂਨ ਆ, ਉਹ ਮਨ ਦੇ ਵਿੱਚ ਹੈਗਾ ਆ। ਉਹ ਚਾਹੇ ਇੱਧਰ ਦੀ ਕਰ ਲਈਏ, ਚਾਹੇ ਇੱਧਰ ਦੀ ਕਰ ਲਈਏ, ਕੁਛ ਚੀਜ਼ਾਂ ਜਿਹੜੀਆਂ ਆਪਾਂ ਬਾਰ-ਬਾਰ ਵਾਹਵਾ ਖੱਟਣ ਲਈ ਜਨਤਕ ਕਰੀਏ, ਉਹ ਨਹੀਂ। ਅਸੀਂ ਤਾਂ ਸਮਾਜ ਸੇਵਾ ਕੀਤੀ ਔਰ ਕਰਦੇ ਰਹੇ ਹਾਂ, ਔਰ ਉਸੇ ਸਮਾਜ ਸੇਵਾ ਕਰਕੇ ਅੱਜ ਜਿਹੜਾ ਆ ਕਿਸਾਨੀ ਅੰਦੋਲਨ ਦਾ ਮੈਨੂੰ ਬੜੀ ਖੁਸ਼ੀ ਆ, ਮੈਨੂੰ ਚਾਅ ਆ, ਔਰ ਮੈਨੂੰ ਇਸ ਗੱਲ ਦਾ ਜਨੂਨ ਹੈ। ਮੇਰੇ ਆਪਣੇ ਆਪ ਦੇ ਵਿੱਚ ਖੁਸ਼ੀ ਆ ਵੀ ਜਿਹੜਾ ਅੰਦੋਲਨ ਹੈ, ਇੱਕ ਸੰਘਰਸ਼ੀਲ ਯੋਧੇ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ, ਉਹਦਾ ਜਿਹੜਾ ਪਲੇਟਫਾਰਮ ਜਿਹੜਾ ਬਣ ਕੇ ਨਿਕਲ, ਔਰ ਪਹਿਲੇ ਉਮੀਦਵਾਰ ਜਿਹੜਾ ਇਤਿਹਾਸ 'ਚ ਲਿਖਿਆ ਜਾਣਾ, ਕਿਸਾਨਾਂ ਦੀ ਪਾਰਟੀ ਬਣੀ, ਕਿਸਾਨਾਂ ਦੀ ਪਾਰਟੀ ਦੇ ਉਮੀਦਵਾਰ ਬਣੇ, ਔਰ ਮੈਨੂੰ ਆਦਮਪੁਰ ਤੋਂ ਜਿਹੜਾ ਉਮੀਦਵਾਰ ਬਣਨ ਦਾ ਜਿਹੜਾ ਮੌਕਾ ਮਿਲਿਆ, ਇਹ ਉਸ ਅੰਦੋਲਨ 'ਚ ਕੀਤੇ ਹੋਏ ਕਾਰਜ ਦੀ ਬਦੌਲਤ ਹੀ ਹੈ। ਤੁਹਾਡੇ ਦੋ ਕਾਰਨ ਮੰਨੇ ਜਾਂਦੇ ਅਕਸਰ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰ੍ਹਾਂ ਕਿਸਾਨੀ ਬਿੱਲ ਬਣਨ ਵੇਲੇ ਆਪਣਾ ਉਸ ਵੇਲੇ ਰੋਲ ਅਦਾ ਕੀਤਾ, ਉਸ ਤੋਂ ਬਾਅਦ ਅਸਤੀਫਾ ਹੁੰਦਾ ਆ, ਫਿਰ ਬਸਪਾ ਦੇ ਨਾਲ ਗੱਠਜੋੜ ਹੋ ਜਾਂਦਾ ਆ, ਉਸ ਤੋਂ ਬਾਅਦ ਤੁਸੀਂ ਵੀ ਇਸ ਚੋਣ ਮੈਦਾਨ ਦੇ ਵਿੱਚ ਆ ਗਏ ਹੋ। ਇਹ ਚੀਜ਼ਾਂ ਦੋਨਾਂ ਨੂੰ ਤੁਸੀਂ ਕਿੱਦਾਂ ਦੇਖਦੇ? ਦੇਖੋ ਇਹ ਬਿਲਕੁਲ ਦਰੁਸਤ ਹੈ। ਅਸੀਂ
ਜਿਹੜੀ ਬਸਪਾ ਸੀ ਕਿਸੇ ਸਮੇਂ, ਕਿਉਂਕਿ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਕਿਹਾ ਸੀ ਵੀ ਸਾਡਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਉਹੀ ਸਾਡਾ ਚੋਣ ਮੈਨੀਫੈਸਟੋ ਹੈ, ਉਹਨਾਂ ਨੇ ਕਿਹਾ ਸੀ। ਔਰ ਉਹਦੀ ਆਈਡੀਓਲੋਜੀ ਜਦੋਂ ਅਸੀਂ ਤੁਰੇ ਸੀਗੇ ਤਾਂ ਸਾਨੂੰ ਲੱਗਿਆ ਸੀ ਵੀ ਇਹੀ ਸਿਸਟਮ ਚੱਲ ਰਿਹਾ, ਪਰ ਹੌਲੀ ਹੌਲੀ ਪੱਤਰੇ ਖੁੱਲ੍ਹਦੇ ਰਹੇ ਜਦੋਂ ਅੰਦੋਲਨ ਚੱਲਿਆ, ਕਿਉਂਕਿ ਅਸਲ ਲੜਾਈ ਜਿਹੜੀ ਉਹ ਸੜਕ ਤੇ ਲੜੀ ਜਾਂਦੀ ਹੈ, ਅਸਲ ਲੜਾਈ ਜਿਹੜੀ ਉਹਦੀ ਜਿੱਤ ਲਈ ਲੜੀ ਜਾਂਦੀ, ਇਮਾਨਦਾਰੀ ਨਾਲ ਲੜੀ ਜਾਂਦੀ ਹੈ। ਜਿਹੜਾ ਅੰਦੋਲਨ ਚੱਲਿਆ ਉਹਦੇ ਵਿੱਚ ਜੋਸ਼ ਜਨੂਨ ਅਸੀਂ ਦੇਖਿਆ, ਜਿਹੜਾ ਅਸੀਂ ਚਾਹੁੰਦੇ ਸੀਗੇ ਵੀ ਬਸਪਾ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਪੋਲੀਟੀਕਲ ਐਂਗਲ ਤੋਂ ਸਾਈਡ ਤੇ ਸਾਰੇ ਲੀਡਰ ਖੁੱਲ੍ਹ ਕੇ ਬੈਠਣ, ਸਾਡੇ ਸੀਨੀਅਰ ਲੀਡਰ ਬੈਠਣ ਆਪਣਾ ਟੈਗ ਪਿੱਛੇ ਕਰਕੇ, ਤਾਂ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਜਿਹੜੀ ਕਦੀ ਅੱਜ ਤੱਕ ਸਰਕਾਰ ਨਹੀਂ ਬਣੀ ਅਸੀਂ ਉਹ ਸਰਕਾਰ ਬਣਾ ਪਾਵਾਂਗੇ। ਪਰ ਜਦੋਂ ਹੋਇਆ ਕਿ ਜੂਨ ਦੇ ਵਿੱਚ ਹਜੇ ਮਾਹੌਲ ਬਣ ਰਿਹਾ ਸੀ, ਅਸੀਂ ਤਾਂ ਕਹਿ ਰਹੇ ਸੀ ਵੀ ਸਿਸਟਮ ਨੂੰ ਬਣਾਇਆ ਜਾਵੇ ਕਿਸਾਨ ਵੀਰਾਂ ਨਾਲ, ਕਿਉਂਕਿ ਅਸੀਂ ਕੰਮ ਕੀਤਾ ਸੀ, ਸਾਰੇ ਜਾਣਕਾਰ ਸੀਗੇ, ਕੋਈ ਰਾਬਤਾ ਕਾਇਮ ਕਰੀਏ। ਪਰ ਇਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਸਰੈਂਡਰ ਕਰ ਦਿੱਤਾ। ਸਾਡੀ ਲੀਡਰਸ਼ਿਪ ਨੇ ਪਤਾ ਨਹੀਂ ਕਿੱਦਾਂ ਉੱਪਰ ਗੁੰਮਰਾਹ ਕੀਤਾ, ਕੀ ਕੀਤਾ। ਉਹ ਉਹਨਾਂ ਅਕਾਲੀਆਂ ਨੂੰ ਜਿਨ੍ਹਾਂ ਨੇ ਸਮਰਥਨ ਕੀਤਾ, ਜਿਨ੍ਹਾਂ ਨੇ ਬੇਦਬੀਆਂ ਦਾ, ਜਿਹੜਾ ਸਾਡੇ ਗੁਰੂ ਮਹਾਰਾਜ ਦੀ ਬੇਦਬੀ ਹੋਈ ਉਹਦਾ ਇਨਸਾਫ ਨਹੀਂ ਕਰਾ ਸਕੇ, ਪੰਜਾਬ ਦੇ ਵਿੱਚ ਘਰ ਘਰ ਜਿਹੜਾ ਨਸ਼ਾ ਪਹੁੰਚਾ ਦਿੱਤਾ, 10 ਸਾਲ ਰੱਜ ਕੇ ਸਾਨੂੰ ਕੁੱਟਿਆ, ਲੁੱਟਿਆ, ਘੜੀਸਿਆ, ਕੋਈ ਵੀ ਜਿਹੜੀ ਕਸਰ ਨਹੀਂ ਛੱਡੀ। ਬਹੁਜਨ ਸਮਾਜ ਤੇ ਤਸ਼ੱਦਦ ਕੀਤੇ, ਕਿਸਾਨਾਂ ਤੇ ਤਸ਼ੱਦਦ ਕੀਤੇ, ਕਿੰਨੀਆਂ ਜਿਹੜੀਆਂ ਮੌਤਾਂ ਹੋਈਆਂ, ਕਿੰਨੇ ਜਿਹੜੇ ਕਰਜ਼ਿਆਂ ਦੇ ਨਾਲ ਜਿਹੜੇ ਅਸੀਂ ਘਰਾਂ 'ਚ ਜਾਂਦੇ, ਘਰ ਖਾਲੀ ਹੋ ਗਏ, ਨਸ਼ੇ ਨਾਲ ਘਰ ਉਜਾੜੇ। ਇਹਨਾਂ ਦੀ ਸਰਕਾਰ ਦੇ ਵਿੱਚ ਚੱਲੇ, ਅਸੀਂ ਬਿਲਕੁਲ ਵੀ ਸਹਿਮਤ ਨਹੀਂ ਸੀਗੇ। ਅਸੀਂ ਚਾਹੁੰਦੇ ਸੀ ਅਲੱਗ ਪਲੇਟਫਾਰਮ ਬਣੇ, ਤਾਂ ਫਿਰ ਜਦੋਂ ਨਹੀਂ ਮੰਨੀ ਗਈ ਤਾਂ ਅਸੀਂ ਇਹ ਤੋਂ ਕਿਨਾਰਾ ਕਰ ਲਿਆ। ਕਿਨਾਰਾ ਕਰਕੇ ਤਾਂ ਅਸੀਂ ਅੰਦੋਲਨ ਦੇ ਵਿੱਚ ਜੋ ਕੰਮ ਕੀਤਾ ਸੀ ਉਹਦੀ ਬਦੌਲਤ ਜਿਹੜਾ ਅੱਜ ਸਾਨੂੰ ਚੋਣ ਲੜਨ ਦਾ ਮੌਕਾ ਮਿਲਿਆ, ਔਰ ਅਸੀਂ ਉਸੇ ਤਰਜ਼ ਤੇ, ਉਸੇ ਸੱਚਾਈ ਤੇ, ਉਸੇ ਸਿਸਟਮ ਦੇ ਨਾਲ ਅਸੀਂ ਜਿਹੜਾ ਵਰਕਆਊਟ ਕਰ ਰਹੇ ਔਰ ਲੋਕਾਂ ਵੱਲੋਂ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ। ਜੇ ਹੀਰ ਸਾਹਿਬ ਤੁਸੀਂ ਗੱਲ ਕੀਤੀ ਆ ਕਿ ਆਦਮਪੁਰ ਹਲਕਾ ਇਸ ਵਕਤ ਜੇ ਮੋਟੇ ਤੌਰ ਤੇ ਦੇਖੀਏ 3 ਵੱਡੀਆਂ ਧਿਰਾਂ ਜੇ ਗਿਣ ਲਈਏ, ਅਕਾਲੀ ਦਲ ਤੋਂ ਪਵਨ ਕੁਮਾਰ ਟੀਨੂ, ਉਹ ਵੀ ਬਸਪਾ ਦਾ ਵਿਰਾਸਤੀ ਜਾਂ ਪਹਿਲਾਂ ਪੁਰਾਣੇ ਬਸਪਾ ਦੇ ਵਰਕਰ ਰਹੇ ਨੇ। ਉਸ ਤੋਂ ਬਾਅਦ ਇਸ ਵਕਤ ਸੁਖਵਿੰਦਰ ਸਿੰਘ ਕੋਟਲੀ, ਕਾਂਗਰਸ ਨੇ ਜਿਹੜੇ ਉਮੀਦਵਾਰ ਉਤਾਰੇ ਨੇ ਉਹ ਵੀ ਤਾਜ਼ਾ ਬਸਪਾ ਨੂੰ ਅਲਵਿਦਾ ਕਹਿ ਕੇ ਆਏ ਨੇ। ਤੁਸੀਂ ਵੀ ਕਿਤੇ ਨਾ ਕਿਤੇ ਬਸਪਾ ਤੋਂ ਨਿਰਾਸ਼ ਹੋ ਕੇ ਉਹਨਾਂ ਨੂੰ ਅਲਵਿਦਾ ਕਹਿ ਕੇ ਆਏ ਨੇ। 3 ਵੱਡੇ ਇਸ ਵੇਲੇ ਪਲੇਟਫਾਰਮ ਔਰ ਤਿੰਨੇ ਬਸਪਾ 'ਚੋਂ ਆਏ ਹੋਏ ਆਗੂ ਇਸ ਵੇਲੇ ਇਲੈਕਸ਼ਨ ਲੜ ਰਹੇ ਆ। ਕੀ ਦੇਖਦੇ ਆ ਕਿ ਤਿੰਨਾਂ ਦੇ ਭੇੜ ਦੇ ਵਿੱਚ ਕੌਣ ਅੱਗੇ ਜਾ ਰਿਹਾ? ਦੇਖੋ, ਜਿਹੜੀ ਕਿਸਾਨੀ ਅੰਦੋਲਨ ਦੀ ਜਿਹੜੀ ਜਿੱਤ ਹੈ, ਪਹਿਲਾਂ ਤਾਂ ਮੈਂ ਇਹ ਗੱਲ ਦੱਸ ਦਿੰਦਾ ਵੀ ਜਿਹੜਾ ਆਪਣੇ ਤੁਸੀਂ ਸਾਡੇ ਇੱਥੇ ਵਿਧਾਇਕ ਰਹੇ ਹੈ, ਉਹਨਾਂ ਦੀ ਕਾਰਜਸ਼ੈਲੀ ਜਿਹੜੀ ਉਹ ਜਨ ਦੇ ਮੂੰਹ ਤੇ ਆ। ਜੋ ਵੀ ਉਹਨਾਂ ਨੇ ਕੰਮ ਕੀਤਾ, ਕਿਸੇ ਸਮੇਂ ਸੀਗੇ ਉਹ ਬਸਪਾ 'ਚੋਂ ਆਏ ਜਦੋਂ ਪਹਿਲਾ ਇਲੈਕਸ਼ਨ ਉਹਨਾਂ ਨੇ ਫਾਈਟ ਕੀਤਾ ਹੋਊਗਾ, ਪਰ ਉਹ ਜੋ ਬਸਪਾ ਦੇ ਨਹੀਂ, ਉਹ ਉਸ 10 ਸਾਲ ਜੋ ਉਹਨਾਂ ਨੇ ਕਾਰਗੁਜ਼ਾਰੀ ਕੀਤੀ ਉਹਦਾ ਹਿੱਸਾ ਰਹੇ ਹੈ। ਇਸ ਲਈ ਲੋਕ ਜਿਹੜਾ ਉਹਨਾਂ ਨੂੰ ਨਕਾਰ ਚੁੱਕੇ ਆ। ਤੇ ਜੇ ਆਪਾਂ ਗੱਲ ਕਰੀਏ ਜਿਹੜੇ ਹੁਣ ਆਇਆ, ਉਹ ਤਾਂ ਇਲੈਕਸ਼ਨ ਲੜਨ ਤੋਂ ਬਾਅਦ ਫੀਲਡ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਕਿਤੇ ਗਏ ਨਹੀਂ, ਨਾ ਉਹਨਾਂ ਨੇ ਬਸਪਾ ਪਲੇਟਫਾਰਮ ਤੋਂ ਕੰਮ ਕੀਤਾ, ਨਾ ਕਿਸੇ ਅਹੁਦੇ ਤੇ ਰਹੇ ਆ। ਉਹ ਤਾਂ ਸਿਰਫ ਆਪਣੀ ਇੱਕ ਸੋਚ 'ਚ, ਇੱਕ ਪਹੁੰਚ 'ਚ ਸੀਗੇ। ਇੱਕ ਜਿਹੜੀ ਕਾਂਗਰਸ ਹੈ, ਉਹਨਾਂ ਨੇ ਇੱਕ ਨਿੱਲ ਜਿਹੜਾ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਆ ਵੀ ਸ਼ਾਇਦ ਜਿਹੜਾ ਗੱਠਜੋੜ ਤੋਂ ਜਿਹੜੇ ਨਾਰਾਜ਼ ਲੋਕ ਉੱਧਰ ਚਲੇ ਜਾਣਗੇ, ਪਰ ਇੱਦਾਂ ਨਹੀਂ ਹੋਇਆ, ਕਿਉਂਕਿ ਲੋਕਾਂ ਦੇ ਵਿੱਚ, ਲੋਕਾਂ ਨੂੰ ਪਤਾ ਆ ਅੰਦੋਲਨ ਦੇ ਵਿੱਚ ਉਹਨਾਂ 'ਚ ਜਨੂਨ ਹੈ ਔਰ ਜੋਸ਼ ਹੈ। ਉਹ ਜਿਹੜਾ ਆ ਜਿਹੜੀ ਬਸਪਾ ਤੋਂ ਹਟ ਕੇ, ਸੋਚ ਤੋਂ ਹਟ ਕੇ ਇੱਕ ਜੋਸ਼ ਔਰ ਜਨੂਨ ਦੇ ਨਾਲ ਕਿਸਾਨੀ ਅੰਦੋਲਨ ਨੂੰ ਜਿਹੜਾ ਉਹ ਪਸੰਦ ਕਰ ਰਹੇ, ਕਿਸਾਨੀ ਅੰਦੋਲਨ ਨਾਲ ਚੱਲ ਰਹੇ ਆ। ਔਰ ਇੱਥੋਂ ਤੱਕ ਵੀ ਕਿਹਾ ਵੀ ਅਸੀਂ ਇੱਥੇ ਜਿਹੜਾ ਮਾਹੌਲ ਇਦਾਂ ਦਾ ਬਣਾਵਾਂਗੇ, ਜੇ ਅਸੀਂ ਸਾਲ ਇੱਕ ਜਿਹੜਾ ਆ ਦਿੱਲੀ ਰਹਿ ਸਕਦੇ ਆ, ਸਾਲ ਇੱਕ ਅਸੀਂ ਦਿੱਲੀ ਲੜਾਈ ਲੜ ਸਕਦੇ ਆ, ਤਾਂ ਸਾਨੂੰ 20-25 ਦਿਨ ਆਦਮਪੁਰ ਦੇ ਵਿੱਚ ਵਰਕ ਕਰਨੇ ਨੂੰ ਕਿਹੜੀ ਵੱਡੀ ਗੱਲ ਹੈ। ਮੈਂ ਤੁਹਾਨੂੰ ਮਤਲਬ ਦੱਸ ਦਿੰਨਾ ਵੀ ਥੋੜੇ ਸਮੇਂ ਦੇ ਵਿੱਚ ਜਿਹੜਾ ਇਹ ਮਾਹੌਲ ਹੈ, ਇਹ ਲੋਕ ਜਿਹੜਾ, ਕਿਉਂਕਿ ਆਦਮਪੁਰ ਦੁਆਬੇ ਦਾ ਦਿਲ ਹੈ ਔਰ ਇੱਥੇ ਜਿਹੜਾ ਮਾਹੌਲ ਇੰਨਾ ਵਧੀਆ, ਬਹੁਤ ਵੱਡੇ ਪੱਧਰ ਤੇ ਇੱਥੇ ਜਥੇਬੰਦੀਆਂ ਨੇ ਕੰਮ ਕੀਤਾ, ਜੋਸ਼ ਹੈ, ਜਨੂਨ ਹੈ। ਥੋੜੇ ਸਮੇਂ ਦੇ ਵਿੱਚ ਇੱਥੇ ਟਰੈਕਟਰ, ਟਰਾਲੀਆਂ, ਮਾਹੌਲ, ਜੋਸ਼, ਜਨੂਨ, ਵਿਆਹ ਵਾਲਾ ਜਿਹੜਾ ਮਾਹੌਲ ਲੱਗੂਗਾ। ਇਹ ਚਾਹ ਆ ਲੋਕਾਂ 'ਚ, ਜਨੂਨ ਹੈ ਲੋਕਾਂ ਦੇ ਵਿੱਚ। ਪੁਰਸ਼ੋਤਮ ਹੀਰ ਜੀ, ਜੇ ਆਪਾਂ ਗੱਲ ਕਰੀਏ ਕਿ ਬਹੁਤ ਜਿਹੜੇ ਚੋਣਾਂ ਨੂੰ ਸਮਝਣ ਵਾਲੇ ਲੋਕ ਆ, ਉਹ ਇਹ ਕਹਿ ਰਹੇ ਨੇ ਕਿ ਸਥਾਪਤੀ ਪਾਰਟੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਲੋਕ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ, ਪਰ ਆਮ ਆਦਮੀ ਪਾਰਟੀ ਜਿਹੜਾ ਉਹ ਵੱਡਾ ਪਲੇਟਫਾਰਮ ਆ, ਤੇ ਕਿਸਾਨ ਜਿਹੜੇ ਦੁਬਾਰਾ ਹੁਣ ਇਸ ਇਲੈਕਸ਼ਨ ਦੇ ਵਿੱਚ ਆ ਗਏ ਆ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਵੋਟ ਕੱਟਣਗੇ, ਤੇ ਜਿਹੜਾ ਫਾਇਦਾ ਫਿਰ ਦੁਬਾਰਾ ਆਮ ਆਦਮੀ ਪਾਰਟੀ ਦਾ ਨੁਕਸਾਨ ਹੋ ਜਾਊਗਾ। ਫਾਇਦਾ ਜਿਹੜਾ ਆ ਜਾਂ ਅਕਾਲੀਆਂ ਨੂੰ ਹੋਊ ਜਾਂ ਕਾਂਗਰਸ ਨੂੰ ਹੋਊਗਾ। ਤੁਹਾਨੂੰ ਲੱਗਦਾ ਕਿ ਤੁਸੀਂ ਜਿਹੜੀ ਵੋਟ ਆਮ ਆਦਮੀ ਪਾਰਟੀ ਦੀ ਖਰਾਬ ਕਰੋਗੇ, ਉਹਦੇ ਨਾਲ ਸਥਾਪਤੀ ਪਾਰਟੀਆਂ ਦੁਬਾਰਾ ਆ ਜਾਣਗੀਆਂ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਪਹਿਲਾਂ ਤਾਂ ਮੈਂ ਇੱਕ ਦੱਸਣਾ ਚਾਹੁੰਦਾ, ਜਿਹੜਾ ਪੰਜਾਬ ਹੈ ਸਾਡਾ, ਆਦਮਪੁਰ ਹਲਕਾ ਆ, ਇਹਦੇ ਵਿੱਚ ਜਿਹੜਾ ਆ ਬਹੁ ਗਿਣਤੀ ਜਿਹੜਾ ਆ ਪਿੰਡ ਹੈਗੇ, ਇਹਦੇ ਵਿੱਚ 157-58 ਦੇ ਨੇੜੇ ਪਿੰਡ ਹੈ। ਔਰ ਸਾਡਾ ਜਿਹੜਾ ਲਹਿੰਦਾ ਪਾਸਾ ਆ, ਆਪਣਾ ਉਧਰਲਾ ਪਾਸਾ ਭੋਗਪੁਰ ਸਾਈਡ ਹੋ ਗਿਆ, ਜੇ ਇੱਧਰਲਾ ਪਾਸਾ, ਇੱਥੋਂ ਜਿਹੜਾ ਆ ਲੋਕ ਜਿਹੜੇ ਆ ਅੰਦੋਲਨ ਦੇ ਵਿੱਚ ਬਹੁਤ ਵੱਡੀ ਗਿਣਤੀ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ। ਤੇ ਮੈਂ ਤਾਂ ਪਹਿਲਾਂ ਜਦੋਂ ਗੱਲ ਸ਼ੁਰੂ ਕੀਤੀ ਹੈ ਵੀ ਹਰ ਕੋਈ ਜਿਹੜਾ ਕਿਰਾਏ ਦੇ ਘਰਾਂ ਦੇ ਵਿੱਚ ਸੀਗਾ, ਉਹਨਾਂ ਦੇ ਨਾਲ ਜੁੜਿਆ ਹੋਇਆ ਸੀ। ਹੁਣ ਉਹ ਜਿਹੜੇ ਘਰ ਛੱਡ ਕੇ ਆਏ ਹੈ, ਉਹ ਕੋਈ ਨਵੇਂ ਤਾਂ ਨਹੀਂ ਬਣੇ ਜਾਂ ਨਵੇਂ ਵੋਟਰ ਤਾਂ ਨਹੀਂ ਹੈਗੇ,
ਉਹ ਜਿਹੜੇ ਹੈਗੇ ਆਮ ਆਦਮੀ ਪਾਰਟੀ ਨੂੰ ਜੇ ਆਪਾਂ ਨਿਗਾਹ ਮਾਰੀਏ, ਤੁਸੀਂ ਉਹਨਾਂ ਦੀਆਂ ਪੁਰਾਣੀਆਂ ਵੋਟਾਂ ਦੀ ਗਿਣਤੀ ਦੇਖੋ, ਉਹ ਤਾਂ ਪਹਿਲੇ 19 ਦੇ ਵਿੱਚ ਆਪਣਾ ਜਿਹੜਾ ਡਿਸੀਜਨ ਦੇ ਚੁੱਕੇ ਆ। ਤੇ ਉਹ ਜਿਹੜੀ ਵੋਟ ਹੈਗੀ ਹੈ, ਉਹ ਜਿਹੜੀ ਕਿਸਾਨੀ ਅੰਦੋਲਨ ਦੀ ਆਪਣੀ ਵੋਟ ਹੈ। ਜਿਹੜੇ ਅਸਲ 'ਚ ਜਿਹੜੇ ਅੰਦੋਲਨਕਾਰੀ ਲੋਕ ਹੈ ਉਹ ਵਾਪਸ ਆ ਰਹੇ ਆ, ਉਹ ਲੜਾਈ ਜਿੱਤਣੀ ਚਾਹੁੰਦੇ ਆ। ਇਹਦੇ ਵਿੱਚ ਜਿਹੜੀ ਅਕਾਲੀਆਂ ਦੇ ਨਾਲ ਜਿਹੜੇ ਲੋਕ ਕੰਮ ਕਰ ਰਹੇ ਸੀਗੇ, ਜਿਹੜੇ ਜੁੜੇ ਹੋਏ ਸੀ, ਉਹਨਾਂ ਦੀ ਜਵਾਨੀ ਹੈ, ਉਹਨਾਂ ਦੇ ਸ਼ਬਦ ਹੈ ਖੁਦ ਦੇ ਵੀ ਅਸੀਂ ਗੁੰਮਰਾਹ ਹੋਏ, ਅਸੀਂ ਗੁਰੂਆਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਮਤਲਬ ਧੋਖਾ ਦਿੰਦੇ ਰਹੇ ਆ। ਹੁਣ ਅਸੀਂ ਅਸਲ ਆਪਣੇ ਘਰ ਦੇ ਵਿੱਚ ਅਸੀਂ ਜਿਹੜੀ ਇਹ ਲੜਾਈ ਜਿਹੜੀ ਲੜਾਂਗੇ, ਉਹ ਕੋਈ ਆਮ ਆਦਮੀ ਪਾਰਟੀ ਦੀ ਵੋਟ ਨਹੀਂ। ਉਹ ਜਿਹੜੇ ਲੋਕ ਹੈ, ਕਿਸਾਨ ਹੈ, ਜਿਹੜੇ ਪਹਿਲਾਂ ਅਕਾਲੀ ਦਲ ਨਾਲ ਵੀ ਜੁੜੇ ਹੋਏ ਸੀ, ਉਹ ਵੀ ਵਾਪਸ ਆਏ ਆ। ਜਿਹੜੇ ਕਾਂਗਰਸ ਦੇ ਨਾਲ ਵੀ, ਕਿਉਂਕਿ ਘਰ ਨਹੀਂ ਸੀਗਾ, ਉਹ ਵੀ ਵਾਪਸ ਆਏ ਆ। ਤੇ ਇੱਕ ਬਹੁਤ ਵੱਡਾ ਜਿਹੜਾ ਇਹ ਬਦਲ ਜਿਹੜਾ ਦੇਖਣ ਨੂੰ ਮਿਲੂਗਾ। ਔਰ ਮੈਂ ਭਰੋਸੇ ਨਾਲ ਕਹਿ ਰਿਹਾ ਵੀ ਇਹ ਮਾਹੌਲ ਜਿਹੜਾ ਜਨੂਨ, ਇੱਕ ਨੌਜਵਾਨ ਹੋਣ ਦੇ ਨਾਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਦਮਪੁਰ ਹਲਕੇ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਔਰ ਜਥੇਬੰਦੀਆਂ ਦਾ ਉਤਸ਼ਾਹ ਆ, ਔਰ ਜੋਸ਼ ਔਰ ਜਨੂਨ ਨਾਲ ਸਾਰੇ ਕੰਮ ਕਰ ਰਹੇ ਆ। ਤੇ ਵੋਟ ਜਿਹੜੀ ਕਿਸਾਨੀ ਅੰਦੋਲਨ ਦੀ ਹੈ, ਸੰਘਰਸ਼ ਦੀ ਹੈ, ਔਰ ਇਹਦੀ ਦੇਣ ਹੈ ਜੀ। ਪਰਸ਼ੋਤਮ ਹੀਰ ਜੀ, ਜੇ ਆਦਮਪੁਰ ਹਲਕੇ ਨੂੰ ਲੈ ਕੇ ਕੋਈ ਵਿਜ਼ਨ ਹੋਵੇ ਵੀ ਜਿਹੜਾ ਤੁਹਾਨੂੰ ਲੱਗਦਾ ਕਿ 10 ਸਾਲ ਪਵਨ ਕੁਮਾਰ ਟੀਨੂ ਐਮਐਲਏ ਰਹੇ ਨੇ, ਹੈ ਨਾ, ਉਸ ਤੋਂ ਪਹਿਲਾਂ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਸਰਬਜੀਤ ਮੱਕੜ ਇੱਥੋਂ ਐਮਐਲਏ ਰਹੇ ਨੇ ਜਦੋਂ ਹਲਕਾਬੰਦੀ ਤੇ ਜਨਰਲ ਹਲਕਾ ਸੀਗਾ, ਕੀ ਲੱਗਦਾ ਤੁਹਾਨੂੰ ਪਿਛਲੇ 15 ਸਾਲ ਦੇ ਵਿੱਚ ਹਲਕਾ ਆਦਮਪੁਰ ਦਾ ਕਿਹੜਾ ਵੱਡਾ ਕੰਮ ਆ ਜਿਹੜਾ ਸਮਾਜ ਲਈ ਜ਼ਰੂਰੀ ਸੀ, ਹੋਇਆ ਨਹੀਂ, ਤੇ ਤੁਹਾਡਾ ਵਿਜ਼ਨ ਆ ਮੈਂ ਉਹ ਕਰਾਂਗਾ? ਦੇਖੋ, ਆਦਮਪੁਰ ਹਲਕੇ ਦੇ ਵਿੱਚ ਬਹੁਤ ਪ੍ਰੋਬਲਮਸ ਹੈਗੀਆਂ, ਛੋਟੀ ਤੋਂ ਲੈ ਕੇ ਵੱਡੀ ਤੱਕ। ਕਿਉਂਕਿ ਜਿਹੜੇ ਮੌਜੂਦਾ ਵਿਧਾਇਕ, ਪਹਿਲਾਂ ਤਾਂ ਜਿਹੜੀ ਆਦਮਪੁਰ ਹਲਕੇ ਦੀ ਹਾਲਤ ਜਿਹੜੀ ਹੈ, ਆਪਾਂ ਸੜਕਾਂ ਦੀ ਜਾਂ ਆਮ ਜਿਹੜੀਆਂ ਹੈਗੀਆਂ ਬੁਨਿਆਦੀ ਜਿਹੜੀਆਂ ਲੋੜਾਂ ਸੀ, ਉਹ ਨਹੀਂ ਪੂਰੀਆਂ ਹੋ ਪਾਈਆਂ। ਕਿਉਂਕਿ ਜਿਹੜੇ ਵਿਧਾਇਕ ਸੀ ਉਹ ਪੱਲਾ ਝਾੜ ਗਏ, ਮੇਰੀ ਕਿਹੜਾ ਸਰਕਾਰ ਹੈ ਯਾਰ, ਤੇਰੀ ਸਰਕਾਰ ਨਹੀਂ, ਕੰਮ ਤਾਂ ਤੂੰ ਕਰ ਹੀ ਸਕਦਾ ਨਾ। ਆਪਾਂ ਵਿੱਚ ਦੀ ਘੁੰਮੀਏ, ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਨੂੰ ਸਾਨੂੰ ਜਿਹੜਾ ਉਹ ਬਰਿਆਂ ਲੱਗ ਜਾਂਦੀ ਹੈ। ਦੂਸਰਾ ਜਿਹੜਾ ਸਭ ਤੋਂ ਵੱਡਾ ਇੱਥੇ ਮੁੱਦਾ ਹੈਗਾ ਮਿੱਲ ਦਾ। ਮਿੱਲ ਦੇ ਵਿੱਚ ਕੀ ਆ, ਮਿੱਲ ਦੇ ਜਿਹੜੇ ਸਿਸਟਮ ਹੈ ਜਿਹੜਾ, ਉਹ ਅੱਜ ਕੱਲ੍ਹ ਤਾਂ ਹੋ ਗਿਆ। ਮੈਂ ਚਿੱਠੀ ਵੀ ਲਿਖੀ ਚੋਣ ਕਮਿਸ਼ਨ ਨੂੰ, ਗੰਨਾ ਆਪਾਂ ਸਿੱਟਣ ਜਾਂਦੇ ਕਿਸਾਨ ਵੀਰ, ਇੱਕ ਸਿਸਟਮ ਹੈ, ਇੱਕ ਕੈਲੰਡਰ ਬਣਿਆ ਹੁੰਦਾ ਕਿੱਦਾਂ ਚੱਲਦਾ। ਪਰ ਇੱਥੇ ਵਿਧਾਇਕ ਸਾਹਿਬ ਦੀ ਸਿਫਾਰਿਸ਼ ਦੇ ਨਾਲ ਹੀ ਜਿਹੜੀਆਂ ਟਰਾਲੀਆਂ ਦੀਆਂ ਪਰਚੀਆਂ ਜਿਹੜੀਆਂ ਉਹ ਬਣੀਆਂ ਜਾਂਦੀਆਂ, ਉਹ ਬੜਾ ਮਤਲਬ ਜਿਹੜਾ ਆ ਉਹਨੂੰ ਆਪਾਂ ਮਤਲਬ ਆਜ਼ਾਦ ਕਰਾਵਾਂਗੇ ਉਸ ਸਿਸਟਮ ਨੂੰ। ਦੂਜਾ ਜਿਹੜਾ ਇੱਥੇ ਵਿਧਾਇਕ ਜਿਹੜੇ ਆ, ਅੱਜ ਹੀ ਮੈਂ ਗੱਲ ਮੈਨੂੰ ਸੁਣਨ ਨੂੰ ਮਿਲ ਰਹੀ ਸੀ, ਉਹ ਵਿਧਾਇਕ ਜਿਹੜੇ ਹੈਗੇ ਆ, ਮਤਲਬ ਉਹਨਾਂ ਦਾ ਕੰਮਕਾਰ, ਉਹਨਾਂ ਦਾ ਨਜ਼ਰੀਆ ਇਦਾਂ ਦਾ ਵੀ ਉਹਨਾਂ ਨੇ ਜਿਹੜਾ ਪੱਖਪਾਤ ਜਿਹੜਾ ਬਹੁਤ ਵਧਾ ਦਿੱਤਾ ਆ। ਔਰ ਜਿਹੜੀਆਂ FIR ਵਗੈਰਾ ਜਾਂ ਕੁਝ ਵੀ ਹੋਈਆਂ, ਉਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਗਵਾਹੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਵੀ ਆ ਜੀ ਉਹਨਾਂ ਨੇ ਕਰਾਇਆ, ਇਹਨਾਂ ਨੇ ਕਰਾਇਆ। ਅਸੀਂ ਜਿਹੜਾ ਲੋਕਾਂ ਨੂੰ ਇੱਕ ਆਜ਼ਾਦ ਮਤਲਬ ਮੁਕਤ ਜੋ ਪ੍ਰਸ਼ਾਸਨ, ਉਹ ਸੰਵਿਧਾਨਿਕ ਤੌਰ ਤੇ ਕੰਮ ਹੋਣਾ ਚਾਹੀਦਾ, ਪਹਿਲ ਦੇ ਆਧਾਰ ਤੇ ਅਸੀਂ ਉਹ ਦਵਾਂਗੇ। ਮਿੱਲ ਦੇ ਵਿੱਚ ਜੋ ਉਹਨਾਂ ਦੀ ਮਤਲਬ ਤਾਨਾਸ਼ਾਹੀ ਹੈ, ਉਹ ਉਹਨੂੰ ਆਜ਼ਾਦ ਕਰਾਵਾਂਗੇ। ਦੂਜਾ ਜੋ ਸੜਕਾਂ ਦਾ ਜਿਹੜਾ ਰਵੱਈਆ ਆ, ਉਹ ਜਿਹੜਾ ਬੰਦ ਹੋਊਗਾ। ਜਿਹੜਾ ਇੱਥੋਂ ਸਿਸਟਮ ਹੈ, ਪਾਣੀਆਂ ਦਾ ਸਿਸਟਮ ਹੈ ਜਿਹੜਾ ਡੂੰਘਾ ਜਾ ਰਿਹਾ ਆ, ਉਹ ਸਾਰਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਨਹਿਰਾਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਸਿਸਟਮ ਨਹੀਂ ਬਣ ਰਿਹਾ, ਉਹਨੂੰ ਅਸੀਂ ਚੱਲਦਾ ਕਰਾਂਗੇ ਕਿ ਜਿਹੜੇ ਕਿਸਾਨ ਆ ਉਹ ਵਧੀਆ ਤਰੀਕੇ ਦੇ ਨਾਲ ਆਪਣਾ ਸਿਸਟਮ ਚਲਾ ਸਕਣ। ਪਰਸ਼ੋਤਮ ਜੀ, ਸਾਨੂੰ ਸਮਾਂ ਦਿੱਤਾ, ਧੰਨਵਾਦ ਤੁਹਾਡਾ। ਥੈਂਕ ਯੂ, ਧੰਨਵਾਦ। ਜਿਹੜਾ ਕਿਸਾਨੀ ਅੰਦੋਲਨ ਦੀ ਗੱਲ ਜਿਹੜੀ ਤੁਸੀਂ ਗਾਂਹ ਵਧਾ ਰਹੇ ਆ, ਔਰ ਸੱਚ ਔਰ ਅਸਲ ਪੰਜਾਬ ਦੀ ਗੱਲ ਜਿਹੜੀ ਹੈ, ਹਰਿਆ ਭਰਿਆ ਪੰਜਾਬ ਸੀਗਾ, ਜਿਹੜਾ ਬੜਾ ਦੁੱਖ ਹੁੰਦਾ ਜਦੋਂ ਅਸੀਂ ਚੀਜ਼ਾਂ ਦੇਖਦੇ ਆ, ਔਰ ਤੁਸੀਂ ਜਿਹੜਾ ਉਹ ਸੱਚ ਲੋਕਾਂ ਸਾਹਮਣੇ ਜਾ ਕੇ ਰਹੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਚੈਨਲ ਦਾ ਧੰਨਵਾਦ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸ਼ੋਤਮ ਹੀਰ ਦਾ ਮੰਨਣਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਸਾਥ ਮਿਲਿਆ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਥ ਸੰਯੁਕਤ ਸਮਾਜ ਮੋਰਚੇ ਨੂੰ ਵੀ ਮਿਲੂਗਾ। ਹੁਣ ਦੇਖਦੇ ਹਾਂ ਕਿ ਲੋਕਾਂ ਦੀ ਤਸਵੀਰ ਕੀ ਕਹਿੰਦੀ ਆ। ਲੋਕ ਸਤਾਪਤੀ ਪਾਰਟੀਆਂ ਵੱਲੋਂ ਜਾਂਦੇ ਨੇ ਕਿ ਜਾਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੀ ਥਾਂ ਦਿੰਦੇ ਨੇ। ਵੱਡੀ ਖਾਸ ਗੱਲ ਹੈ, ਕਹਿ ਸਕਦੇ ਕਿ ਦੁਆਬੇ ਦਾ ਜੇ ਦਿਲ ਵੀ ਕਹਿ ਲਿਆ ਜਾਵੇ ਆਦਮਪੁਰ ਨੂੰ, ਉੱਥੋਂ 3 ਵੱਡੇ ਜਿਹੜੇ ਇਸ ਵਕਤ ਪਲੇਟਫਾਰਮਾਂ ਤੋਂ ਇਲੈਕਸ਼ਨ ਫਾਈਟ ਕਰ ਰਹੇ ਨੇ। ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ ਤੋਂ, ਉਹਨਾਂ ਦੀ ਵੀ ਬੈਕਗਰਾਊਂਡ ਜਿਹੜੀ ਉਹ ਬਸਪਾ ਤੋਂ ਆ। ਸੁਖਵਿੰਦਰ ਸਿੰਘ ਕੋਟਲੀ ਜੋ ਕਾਂਗਰਸ ਤੋਂ ਇਸ ਵੇਲੇ ਤਾਜੀ ਟਿਕਟ ਲੈ ਕੇ ਆਏ ਨੇ, ਉਹਨਾਂ ਦੀ ਵੀ ਜਿਹੜੀ ਪਿਛੋਕੜ ਆ ਉਹ ਬਸਪਾ ਨਾਲ ਜੁੜਿਆ ਹੋਇਆ। ਤੇ ਇਸ ਵਕਤ ਜਿਹੜਾ ਸੰਯੁਕਤ ਸਮਾਜ ਮੋਰਚੇ ਵੱਲੋਂ ਪਰਸ਼ੋਤਮ ਹੀਰ ਇਲੈਕਸ਼ਨ ਲੜ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਪਲੇਟਫਾਰਮ ਤੋਂ, ਉਹਨਾਂ ਦਾ ਵੀ ਪਿਛੋਕੜ ਜਿਹੜਾ ਆ ਉਹ ਬਸਪਾ ਦੇ ਨਾਲ ਜੁੜਿਆ ਹੋਇਆ। ਇਸ ਤੋਂ ਲੱਗ ਰਿਹਾ ਕਿ ਸਾਹਿਬ ਬਾਊ ਕਾਂਸ਼ੀ ਰਾਮ ਦੇ ਸਿੱਖਿਆਵਾਂ ਦੇ ਨਾਲ, ਉਹਨਾਂ ਦੀ ਫਿਲਾਸਫੀ ਦੇ ਨਾਲ ਜਿਹੜੇ ਲੋਕ ਪੁਰਾਣੇ ਜੁੜੇ ਹੋਏ ਸਨ, ਜਦੋਂ ਅਕਾਲੀ ਦਲ ਦਾ ਬਸਪਾ ਦੇ ਨਾਲ ਸਮਝੌਤਾ ਹੁੰਦਾ ਤੇ ਵੱਡੇ ਜਿਹੜੇ ਚਿਹਰੇ ਨੇ ਉਹ ਛੱਡ ਕੇ ਬਸਪਾ ਨੂੰ ਦੂਸਰੇ ਪਲੇਟਫਾਰਮਾਂ ਤੇ ਆਪਣਾ ਰਾਜਨੀਤਿਕ ਤੌਰ ਤੇ ਅਗਲਾ ਬਦਲ ਲੈਣ ਲਈ ਉਹ ਤਿਆਰ ਇਲੈਕਸ਼ਨ ਵਿੱਚ ਇਸ ਵਕਤ ਜਾ ਰਹੇ ਨੇ। ਦੇਖਦੇ ਹਾਂ ਕਿ ਆਦਮਪੁਰ ਦੇ ਲੋਕ ਕੀ ਫੈਸਲਾ ਕਰਦੇ ਨੇ। ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਕੈਮਰਾਮੈਨ JK ਸਿੱਧੂ ਦੇ ਨਾਲ ਗੁਰਨਾਮ ਸਿੰਘ ਬਿਲਗਾ, ਆਦਮਪੁਰ।